ਫਸਲਾਂ ਰੁਲ ਰਹੀਆਂ ਨੇ ਖੇਤਾਂ 'ਚ ਤੇ ਮੰਡੀਆਂ 'ਚ ਉੱਥੇ ਪਰਚੇਸ ਨਹੀਂ ਹੋ ਰਹੀ, ਨਾ ਨਰਮੇ ਦਾ ਨਾ ਝੋਨੇ ਦਾ ਰੇਟ ਨਹੀਂ ਮਿਲਿਆ। ਖੱਜਲ ਖਵਾਰ ਕਿਸਾਨ ਹੋਏ ਲੇਕਿਨ ਸਾਰਾ ਛੱਡ ਕੇ ਸੜਕਾਂ 'ਚ ਬੈਠਿਆ ਹੈ। ਲੇਕਿਨ ਕੇਂਦਰ ਦੀ ਸਰਕਾਰ ਦੇ ਕੰਨ 'ਚ ਜੂੰ ਦੇ ਬਰਾਬਰ ਨਹੀਂ ਤੇ ਕੈਪਟਨ ਸਾਹਿਬ ਨੂੰ ਵੀ ਪਰਵਾਹ ਨਹੀਂ। ਜੇ ਆਪਣਿਆਂ ਨੂੰ ਆਪਣੇ ਨੂੰ ਛੱਡਤਾ ਤੇ ਫਿਰ ਆਸ ਕਿਸ ਤੋਂ ਰੱਖਾਂਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਚਾਹੀਦਾ ਦਿੱਲੀ, ਉੱਥੇ ਬਹਿਣਾ ਚਾਹੀਦਾ। ਮੁੱਖ ਮੰਤਰੀ ਸੂਬੇ ਦਾ ਮੁੱਖ ਮੰਤਰੀ ਹੈ, ਮੁੱਖ ਮੰਤਰੀ ਇਲੈਕਟਿਡ ਹੈ, ਸਾਰੇ ਪੰਜਾਬੀਆਂ ਦਾ ਮੁੱਖ ਮੰਤਰੀ ਹੈ। ਜੇ ਪੰਜਾਬ ਦੇ ਕਿਸਾਨਾਂ ਨੂੰ ਸਮੱਸਿਆ ਹੈ, ਲੜਾਈ ਲੜਨੀ ਤਾਂ ਇਹਨੂੰ, ਪਰ ਮੁੱਖ ਮੰਤਰੀ ਨਿਕਲਦੇ ਨਹੀਂ ਆਪਣੇ ਘਰੋਂ। ਕੁਛ ਹੀ ਦਿਨਾਂ 'ਚ ਲੋਕਾਂ ਨੇ ਸਰਕਾਰ ਨੂੰ ਬਲੈਕਆਊਟ ਕਰ ਦੇਣਾ ਹੈ। ਜਿਹੜਾ ਕਿਸਾਨ ਦੇ ਪੱਖ ਦੀ ਗੱਲ ਕਰਨ ਦੇ ਬਜਾਏ ਅੱਜ ਕਿਸਾਨ ਨੂੰ ਇੱਕ ਤਰ੍ਹਾਂ ਦੀ ਧਮਕੀ ਦੇ ਰਿਹਾ ਹੈ ਕਿ ਬਲੈਕਆਊਟ ਹੋਗਾ ਤਾਂ ਸਾਨੂੰ ਡਾਂਗਾ ਸੋਟਾਂ ਤੁਹਾਨੂੰ ਹਟਾਉਣਾ ਪਊਗਾ। ਇਹੋ ਜੀ ਸਰਕਾਰ, ਮੈਨੂੰ ਤਾਂ ਦੁੱਖ ਅਫਸੋਸ ਹੁੰਦਾ ਹੈ ਕਿ ਕੀ ਕੈਪਟਨ ਸਾਹਿਬ ਦੀ ਜ਼ਮੀਰ ਮਰ ਗਈ ਹੈ, ਕਾਂਗਰਸ ਪਾਰਟੀ ਦੀ ਜ਼ਮੀਰ ਮਰ ਗਈ ਹੈ। ਮੈਂ ਪਹਿਲੇ ਵੀ ਕਿਹਾ ਸੀ, ਅੱਜ ਵੀ ਕਹਿਣਾ, ਅਸੀਂ ਸਾਰੇ ਕਿਸਾਨ ਜਥੇਬੰਦੀਆਂ ਦੇ ਮਗਰ ਲੱਗਣ ਨੂੰ ਤਿਆਰ ਹਾਂ। ਸਾਨੂੰ ਕਿਸਾਨ ਜਥੇਬੰਦੀਆਂ ਹੁਕਮ ਕਰਨ, ਕਰਨਾ ਕੀ ਹੈ। ਅਸੀਂ 3 ਮੈਂਬਰ ਕਮੇਟੀ ਬਣਾਈ ਹੈ, ਚੰਦੂ ਮਹਾਰਾਜ ਸਾਹਿਬ, ਭੁੰਦੜ ਸਾਹਿਬ ਤੇ ਮਲੂਕਾ ਸਾਹਿਬ ਸਾਡੇ। ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਸਾਰੀ ਜਥੇਬੰਦੀ ਨਾਲ ਤਾਲਮੇਲ ਰੱਖੋ, ਉਹਨਾਂ ਤੋਂ ਹੁਕਮ ਲਓ ਕਿ ਕਰਨਾ ਕੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਉਹਨਾਂ ਵੱਲੋਂ ਆਰੰਭੇ ਗਏ ਅਖੰਡ ਪਾਠ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਕਿਸਾਨਾਂ ਪ੍ਰਤੀ ਦਰਦ ਛਲਕਦਾ ਨਜ਼ਰ ਆਇਆ, ਜਿਸ ਦੇ ਚੱਲਦੇ ਉਹਨਾਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਅੱਜ ਲਗਭਗ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਕਿਸਾਨਾਂ ਦੇ ਸੰਘਰਸ਼ ਨੂੰ। ਕਈ ਕਿਸਾਨਾਂ ਦੀ ਧਰਨੇ ਤੇ ਬੈਠਿਆਂ ਦੀ ਮੌਤ ਵੀ ਹੋ ਗਈ ਹੈ, ਪਰ ਕੇਂਦਰ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ ਜਾ ਰਹੀ। ਕਿਸਾਨ ਸੜਕਾਂ ਦੇ ਉੱਤੇ ਦਿਨ ਰਾਤ ਰੋਸ ਪ੍ਰਦਰਸ਼ਨ ਕਰ ਰਹੇ ਹਨ, ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਸ ਮੌਕੇ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਅਸੀਂ ਹਰ ਇੱਕ ਪਾਰਟੀ ਦੇ ਸਹਿਯੋਗ ਲਈ ਤਿਆਰ ਹਾਂ, ਜਿਸ ਲਈ ਅਸੀਂ 3 ਮੈਂਬਰੀ ਕਮੇਟੀ ਬਣਾਈ ਹੈ, ਜੋ ਦੂਸਰੇ ਸੂਬਿਆਂ ਵਿੱਚ ਜਾ ਕੇ ਕਿਸਾਨ ਜਥੇਬੰਦੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕਰੇਗੀ, ਕਿਉਂਕਿ ਇਹ ਕਿਸੇ ਇੱਕ ਵਰਗ ਦੀ ਲੜਾਈ ਨਹੀਂ, ਸਗੋਂ ਇਹਨਾਂ ਨੂੰ ਇਕੱਠੇ ਹੋ ਕੇ ਮਿਲ ਜੁਲ ਕੇ ਲੜਨਾ ਪਵੇਗਾ। ਬਾਕੀ ਮੰਤਰੀ ਕਿਤੇ ਨੇ, ਕੈਪਟਨ ਸਾਹਿਬ ਕਿਤੇ ਨੇ, ਤਾਂ ਆਪਸ ਵਿੱਚ ਜਿਹੜੇ ਇਹਨਾਂ ਦੇ ਲੜਾਈ ਝਗੜੇ ਨਹੀਂ ਮੁੱਕਦੇ। ਫਿਊਚਰ ਕੀ ਹੈ? ਦੇਖੋ, ਫਿਊਚਰ ਤਾਂ ਲੋਕਾਂ ਨੇ ਤੈਅ ਕਰਨਾ ਹੈ, ਲੇਕਿਨ ਅੱਜ ਦੀ ਤਾਰੀਖ 'ਚ ਜਿਸ ਦਾ ਦੁੱਖ ਮੈਨੂੰ ਸਭ ਤੋਂ ਵੱਡਾ ਹੁੰਦਾ ਹੈ ਕਿ ਅੱਜ ਸਾਡੇ ਭੈਣ ਭਰਾ, ਸਾਡੇ ਪੰਜਾਬ ਦੇ ਕਿਸਾਨ, ਬਜ਼ੁਰਗ, ਮਾਤਾ, ਨੌਜਵਾਨ, ਬੱਚੇ ਤਾਈਂ ਅੱਜ ਆਪਣੇ ਭਵਿੱਖ ਨੂੰ ਲੈ ਕੇ ਅੱਜ ਕਰੋਨਾ ਦੀ ਮਹਾਮਾਰੀ ਨੂੰ ਛੱਡ ਕੇ ਸੜਕਾਂ 'ਚ ਬੈਠੇ ਹੋਏ ਨੇ। ਮੇਰੇ ਹਲਕੇ ਦੀ ਇੱਕ ਬਜ਼ੁਰਗ ਮਾਤਾ ਸ਼ਹੀਦ ਵੀ ਹੋ ਗਈ। ਤੇ ਇਸ ਕੇਂਦਰ ਦੇ ਕਾਲੇ ਕਾਨੂੰਨ ਦੇ ਖਿਲਾਫ, ਜਿੱਥੇ ਸੁਖਬੀਰ ਜੀ ਨੇ 3 ਹਫ਼ਤੇ ਪਹਿਲੇ ਕੈਪਟਨ ਸਾਹਿਬ ਨੂੰ ਕਿਹਾ ਕਿ ਤੁਸੀਂ ਸੈਸ਼ਨ ਸੱਦ ਕੇ ਇਮੀਡੀਏਟਲੀ ਤੁਸੀਂ ਸਾਰੇ ਪੰਜਾਬ ਨੂੰ ਇੱਕ ਮੰਡੀ ਡਿਕਲੇਅਰ ਕਰੋ, ਲੇਕਿਨ ਮੈਨੂੰ ਹੈਰਾਨੀ ਹੈ ਕਿ ਮਹੀਨਾ ਹੋਣ ਤੋਂ ਆਇਆ ਜਦੋਂ ਤੋਂ ਇਹ ਕਾਨੂੰਨ ਪਾਸ ਹੋਏ ਨੇ। ਸੁਖਬੀਰ ਜੀ ਨੇ ਤਰੀਕਾ ਵੀ ਦੱਸਤਾ, ਲੇਕਿਨ ਨਾ ਹੀ ਤੁਸੀਂ ਅਦਾਲਤ 'ਚ ਜਾ ਰਹੇ ਹੋ, ਨਾ ਹੀ ਤੁਸੀਂ ਸੈਸ਼ਨ ਬੁਲਾ ਕੇ ਇਸ ਚੀਜ਼ ਨੂੰ ਪੰਜਾਬ ਵਿੱਚ ਲਾਗੂ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਨਾ ਹੀ ਤੁਸੀਂ ਕੇਂਦਰ 'ਤੇ ਜਾ ਕੇ ਤੁਸੀਂ ਜਿਹੜੀ ਸਾਲ ਭਰ ਦੀ ਸਹਿਮਤੀ ਦੇ ਉਹਦੇ ਖਿਲਾਫ ਜਾ ਕੇ ਤੁਸੀਂ ਆਪਣਾ ਰੋਸ ਜਤਾ ਰਹੇ ਹੋ। ਤੇ ਕਿਉਂ ਕੇਂਦਰ ਦੇ ਨਾਲ ਮਿਲ ਜੁਲ ਕੇ, ਕਿ ਹੁਣ ਜਿੱਥੇ ਕੇਂਦਰ ਦੀ ਸਰਕਾਰ ਤਾਂ ਆਪਣਿਆਂ ਦੀ ਸੁਣ ਨਹੀਂ ਰਹੀ, ਮੈਂ ਤਾਂ ਉਹਦੇ ਵਿੱਚ ਵੀ ਹੈਰਾਨ ਹਾਂ ਕਿ ਕੀ ਹੋ ਗਿਆ ਕੇਂਦਰ ਦੀ ਸਰਕਾਰ ਤੋਂ ਕਿ ਪੰਜਾਬ ਦੇ ਕਿਸਾਨ ਸਾਡੇ ਦੇਸ਼ ਦੇ ਲੋਕੀ ਨਹੀਂ ਹੈਗੇ। ਅੱਜ ਪੰਜਾਬ ਦਾ ਗਰੀਬ ਕਿਸਾਨ, ਬਜ਼ੁਰਗ, ਬੀਬੀ, ਮਾਈ ਭਾਈ ਸਾਰੇ ਸੜਕਾਂ 'ਤੇ 2.5 ਮਹੀਨੇ ਹੋ ਗਏ ਘਰ-ਬਾਰ ਛੱਡ ਕੇ। ਅੱਜ ਫਸਲਾਂ ਰੁਲ ਰਹੀਆਂ ਨੇ ਖੇਤਾਂ 'ਚ ਤੇ ਮੰਡੀਆਂ 'ਚ ਉੱਥੇ ਪਰਚੇਸ ਨਹੀਂ ਹੋ ਰਹੀ, ਨਾ ਨਰਮੇ ਦਾ ਨਾ ਝੋਨੇ ਦਾ ਰੇਟ ਨਹੀਂ ਮਿਲਿਆ। ਖੱਜਲ ਖਵਾਰ ਕਿਸਾਨ ਹੋਏ ਲੇਕਿਨ ਸਾਰਾ ਛੱਡ ਕੇ ਸੜਕਾਂ 'ਚ ਬੈਠਿਆ ਹੈ। ਲੇਕਿਨ ਕੇਂਦਰ ਦੀ ਸਰਕਾਰ ਦੇ ਕੰਨ 'ਚ ਜੂੰ ਦੇ ਬਰਾਬਰ ਨਹੀਂ ਤੇ ਕੈਪਟਨ ਸਾਹਿਬ ਨੂੰ ਵੀ ਪਰਵਾਹ ਨਹੀਂ। ਜੇ ਆਪਣਿਆਂ ਨੂੰ ਆਪਣੇ ਨੂੰ ਛੱਡਤਾ ਤੇ ਫਿਰ ਆਸ ਕਿਸ ਤੋਂ ਰੱਖਾਂਗੇ। ਬਲੈਕਆਊਟ ਦੀ ਗੱਲ ਕੀਤੀ ਜਾ ਰਹੀ ਹੈ, ਪਹਿਲੇ ਕਰੋਨਾ ਦੇ ਵਿੱਚ ਬਲੈਕਆਊਟ ਨਹੀਂ ਕਿਹਾ ਜਾ ਰਿਹਾ, ਪਰ ਹੁਣ ਕਿਸਾਨ ਟਰੈਕਰ ਕੁਛ ਹੀ ਦਿਨਾਂ 'ਚ ਲੋਕਾਂ ਨੇ ਸਰਕਾਰ ਨੂੰ ਬਲੈਕਆਊਟ ਕਰ ਦੇਣਾ ਹੈ। ਜਿਹੜਾ ਕਿਸਾਨ ਦੇ ਪੱਖ ਦੀ ਗੱਲ ਕਰਨ ਦੇ ਬਜਾਏ ਅੱਜ ਕਿਸਾਨ ਨੂੰ ਇੱਕ ਤਰ੍ਹਾਂ ਦੀ ਧਮਕੀ ਦੇ ਰਿਹਾ ਹੈ ਕਿ ਬਲੈਕਆਊਟ ਹੋਗਾ ਤਾਂ ਸਾਨੂੰ ਡਾਂਗਾ ਸੋਟਾਂ ਤੁਹਾਨੂੰ ਹਟਾਉਣਾ ਪਊਗਾ। ਇਹੋ ਜੀ ਸਰਕਾਰ, ਮੈਨੂੰ ਤਾਂ ਦੁੱਖ ਅਫਸੋਸ ਹੁੰਦਾ ਹੈ ਕਿ ਕੀ ਕੈਪਟਨ ਸਾਹਿਬ ਦੀ ਜ਼ਮੀਰ ਮਰ ਗਈ ਹੈ, ਕਾਂਗਰਸ ਪਾਰਟੀ ਦੀ ਜ਼ਮੀਰ ਮਰ ਗਈ ਹੈ, ਕਿ ਕੇਂਦਰ ਅੰਨੀ ਤੇ ਗੁੰਗੀ ਦੇ ਨਾਲ, ਬਹਿਰੀ ਹੋਣ ਦੇ ਨਾਲ ਕਿ ਉਹਨਾਂ ਦੀ ਜ਼ਮੀਰ ਵੀ ਮਰ ਗਈ ਹੈ। ਮੈਨੂੰ ਤਾਂ ਇਸ ਗੱਲ ਦਾ ਬੀਬੀ ਸਿੱਧੂ ਜੀ ਦਾ ਕੀ ਫਿਊਚਰ ਵੇਖਦੇ ਹੋ? ਉਹ ਹੀ ਜਾਣਨ। ਚਲੋ, ਕੇਂਦਰ ਸਰਕਾਰ ਦਾ ਅੜੀਲ ਰਵੱਈਆ ਜਾਰੀ ਹੈ।
ਪੰਜਾਬ ਦੇ ਕਿਸਾਨ ਹੈ ਜਿਹੜਾ ਪੂਰੇ ਦੇਸ਼ ਨੂੰ ਅੰਨ ਦਿੰਦੇ ਹੈ। ਅੱਜ ਦੇਸ਼ ਵਿੱਚ ਅੰਨ ਸਰਪਲਸ ਹੈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਮਿਹਨਤ ਕਰਕੇ। ਬੜਾ ਦੁੱਖ ਲੱਗ ਰਿਹਾ ਕਿ ਹਲੇ ਤੱਕ ਵੀ ਸੈਂਟਰ ਸਰਕਾਰ ਤੋਂ ਇਸ ਆਰਡੀਨੈਂਸ ਨੂੰ ਹੱਲ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਨਾਲ ਜਾਂ ਦੂਜੀਆਂ ਪੋਲੀਟੀਕਲ ਆਰਗੇਨਾਈਜੇਸ਼ਨ ਹਲੇ ਤੱਕ ਕੋਈ ਵੀ ਤਰੀਕਾ ਨਹੀਂ ਲੱਭਿਆ ਗਿਆ। ਪਿੱਛੇ ਜੇ ਉਹਨਾਂ ਨੇ ਅਫਸਰਾਂ ਦੀ ਕਮੇਟੀ ਬਣਾਈ, ਅਫਸਰ ਕੋਈ ਫੈਸਲਾ ਕਰਨਗੇ। ਆ ਜਿਹੜੇ ਆਰਡੀਨੈਂਸ ਬਣਾਏ ਆ ਅਫਸਰਾਂ ਨੇ ਹੀ ਬਣਾਏ ਆ। ਜਿਹੜੇ ਅਫਸਰਾਂ ਨੇ ਕਿਤੇ ਜ਼ਮੀਨ ਨਹੀਂ ਦੇਖੀ, ਕਿਤੇ ਖੇਤੀ ਨਹੀਂ ਦੇਖੀ, ਕਿਤੇ ਜ਼ਮੀਨ ਵਾਹੀ ਨਹੀਂ, ਕਿਤੇ ਪਿੰਡ 'ਚ ਨਹੀਂ ਗਏ, ਉਹਨਾਂ ਦੇ ਬਣੇ ਹੋਏ ਆਰਡੀਨੈਂਸ ਉਹ ਕਿਵੇਂ ਹੱਲ ਕਰਨਗੇ? ਮੈਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ, ਤੁਸੀਂ ਆਪ ਬੁਲਾਓ ਮੀਟਿੰਗ, ਆਪ ਬੁਲਾ ਕੇ ਸਾਰੀ ਜਥੇਬੰਦੀਆਂ ਨੂੰ ਬੁਲਾਓ, ਸਾਰੇ ਆਰਗੇਨਾਈਜੇਸ਼ਨ ਬੁਲਾਓ ਤੇ ਸੁਣੋ ਕਿ ਕੀ ਇਹਨਾਂ ਦੇ ਸ਼ੰਕੇ ਹੈ। ਜੋ ਪੰਜਾਬ ਦੇ ਕਿਸਾਨਾਂ ਨੇ ਆਪਣਾ ਖੂਨ ਪਸੀਨਾ ਬਹਾ ਕੇ ਪੂਰੇ ਦੇਸ਼ ਨੂੰ, ਜਿੱਥੇ ਹੈਗਾ ਦੇਸ਼ ਅੱਜ ਤਰੱਕੀ ਦੇ ਰਾਹ 'ਚ ਹੈ, ਕਿਸਾਨੀ ਕਰਕੇ ਹੈ। ਮੈਂ ਜਿਹੜਾ ਕਹਿਣਾ ਚਾਹੁੰਦਾ, ਜੇ ਕਿਸਾਨ ਖੁਸ਼ ਹੈ ਤਾਂ ਪੂਰਾ ਸੂਬਾ ਖੁਸ਼ ਹੈ ਤੇ ਪੂਰਾ ਦੇਸ਼ ਖੁਸ਼ ਹੈ, ਕਿਉਂਕਿ ਆਹ ਆਰਡੀਨੈਂਸ ਦਾ ਇਫੈਕਟ ਇਕੱਲਾ ਕਿਸਾਨਾਂ 'ਤੇ ਨਹੀਂ, ਖੇਤ ਮਜ਼ਦੂਰ 'ਤੇ ਵੀ ਹੈ, ਆੜਤੀਏ ਭਾਈਚਾਰੇ 'ਤੇ ਵੀ ਹੈ, ਜਿਹੜੇ ਮੰਡੀਆਂ 'ਚ ਕੰਮ ਕਰਦੇ ਲੇਬਰ 'ਤੇ ਵੀ ਹੈ, ਦੁਕਾਨਦਾਰਾਂ 'ਤੇ ਵੀ ਹੈ, ਆਮ ਵਪਾਰੀ 'ਤੇ ਹੈ, ਆਮ ਇੰਡਸਟਰੀ 'ਤੇ ਹੈ। ਜਿਹੜੇ ਸੂਬੇ ਵਿੱਚ ਤੁਸੀਂ ਦੇਖਿਆ ਮੀਂਹ ਨਹੀਂ ਪੈਂਦਾ, ਖੇਤੀ ਇਫੈਕਟ ਹੋ ਜਾਂਦੀ ਹੈ, ਉਹਨਾਂ ਸੂਬਿਆਂ ਦੇਖੋ ਸਾਰਾ ਕੁਝ ਹੀ ਫੇਲ ਹੋ ਜਾਂਦਾ। ਵਪਾਰ ਵੀ ਖਤਮ ਹੋ ਜਾਂਦਾ ਹੈ, ਦੁਕਾਨਾਂ ਵੀ ਨਹੀਂ ਚੱਲਦੀਆਂ, ਫੈਕਟਰੀਆਂ ਵੀ ਥੱਲੇ ਹੋ ਜਾਂਦੀਆਂ। ਸੋ ਕਿਸਾਨ ਨੂੰ ਖੁਸ਼ ਕਰਨ ਰੱਖਣਾ, ਕਿਸਾਨ ਦੀ ਮਿਹਨਤ ਦਾ ਫਲ ਉਹਨੂੰ ਮਿਲੇ ਤੇ ਪੂਰਾ ਦੇਸ਼ ਸਾਰੀ ਤਰੱਕੀ ਕਰ ਸਕਦਾ ਹੈ। ਸੋ ਆ ਜਿਹੜੇ ਇੰਨੀ ਦੇਰ ਹੋ ਗਈ ਕਿਸਾਨ ਸੰਘਰਸ਼ ਕਰ ਰਹੇ, ਵਿਚਾਰੇ ਸੜਕਾਂ 'ਤੇ ਬੈਠੇ ਆ, ਰੇਲਵੇ ਦੇ ਲਾਈਨ 'ਤੇ ਬੈਠੇ ਆ, ਹਲੇ ਤੱਕ ਕੋਈ ਇਨੀਸ਼ੀਏਟਿਵ ਨਹੀਂ ਲਿੱਤਾ ਗਿਆ ਸੈਂਟਰ ਸਰਕਾਰ ਤਰਫੋਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਚਾਹੀਦਾ ਦਿੱਲੀ, ਉੱਥੇ ਬਹਿਣਾ ਚਾਹੀਦਾ। ਮੁੱਖ ਮੰਤਰੀ ਸੂਬੇ ਦਾ ਮੁੱਖ ਮੰਤਰੀ ਹੈ, ਮੁੱਖ ਮੰਤਰੀ ਇਲੈਕਟਿਡ ਹੈ, ਸਾਰੇ ਪੰਜਾਬੀਆਂ ਦਾ ਮੁੱਖ ਮੰਤਰੀ ਹੈ। ਜੇ ਪੰਜਾਬ ਦੇ ਕਿਸਾਨਾਂ ਨੂੰ ਸਮੱਸਿਆ ਹੈ, ਲੜਾਈ ਲੜਨੀ ਤਾਂ ਇਹਨੂੰ, ਪਰ ਮੁੱਖ ਮੰਤਰੀ ਨਿਕਲਦੇ ਨਹੀਂ ਆਪਣੇ ਘਰੋਂ, ਆਪਣੇ ਜਿੱਥੇ ਫਾਰਮ ਹਾਊਸ ਤੋਂ ਨਿਕਲਦੇ ਨਹੀਂ, ਮਿਲਦੇ ਨਹੀਂ, ਗੱਲ ਨਹੀਂ ਕਰਦੇ। ਹਾਲਾਤ ਤਾਂ ਹੀ ਬਿਗੜੀ ਪਈ ਹੈ। ਨਾ ਮੁੱਖ ਮੰਤਰੀ ਕੁਛ ਕਰਨ ਨੂੰ ਤਿਆਰ ਹੈ, ਨਾ ਦੇਸ਼ ਦੇ ਪ੍ਰਧਾਨ ਮੰਤਰੀ ਕਰਨ ਨੂੰ ਤਿਆਰ ਹੈ। ਲਾਵਾਰਿਸ ਬਣੇ ਪਏ ਆਪਾਂ। पंजाब सरकार को 3 मंत्रियों की कमेटी बनाई गई है। गवर्नमेंट है और सेंट्रल गवर्नमेंट है, हमारे पे थोप रही है कि जो रेल ट्रैक रोका हुआ है उसके कारण ब्लैकआउट हो जाएगा, पंजाब में बिजली चले जाएगी। ਆ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਕਿ ਉਹ ਜਾ ਕੇ ਉੱਥੇ ਦਿੱਲੀ ਜਾਣ, ਉੱਥੇ ਬੈਠਣ, ਉੱਥੇ ਗੱਲ ਕਰਨ। ਮੁੱਖ ਮੰਤਰੀ ਉੱਥੇ, ਜੇ ਮੁੱਖ ਮੰਤਰੀ ਨੇ ਜਾਣਾ ਹੀ ਨਹੀਂ, ਉੱਥੇ ਮਿਲਣਾ ਹੀ ਨਹੀਂ, ਆਪਣੀ ਗੱਲ ਦੱਸਣੀ ਨਹੀਂ, ਆਪਣੇ ਪੰਜਾਬ ਦੀ ਭਾਵਨਾ ਦੱਸਣੀ ਨਹੀਂ, ਸੰਘਰਸ਼ ਕਰਨਾ ਨਹੀਂ, ਤੇ ਫਿਰ ਹੋਣਾ ਹੀ ਆ। ਐ ਨਹੀਂ ਹੋ ਸਕਦਾ ਕਿ ਮੁੱਖ ਮੰਤਰੀ ਘਰੇ ਬੈਠਾ ਰਹੇ ਤੇ ਸਾਰਾ ਕੁਝ ਬੰਦ ਹੋ ਜਾਏ। ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੈ, ਹੱਲ ਕਰਾਏ। ਕੇਂਦਰ ਨੇ 8 ਮੰਤਰੀਆਂ ਦੀ ਕਮੇਟੀ ਬਣਾਈ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ। ਉਹ ਜਿਹੜੀ ਮੰਤਰੀਆਂ ਦੀ ਕਮੇਟੀ ਬਣਾਈ ਹੈ, ਉਹ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਨਹੀਂ, ਉਹ ਹੈ ਕਿਸਾਨਾਂ ਨੂੰ ਸਮਝਾਉਣ ਵਾਸਤੇ ਕਿ ਤੁਸੀਂ ਆਰਡੀਨੈਂਸ ਨੂੰ ਮੰਨੋ। ਆਹ ਇੱਕ ਗਲਤ ਅਪਰੋਚ ਹੈ। ਅਪਰੋਚ ਜਿਹੜੇ ਮੰਤਰੀ ਭੇਜਣੇ ਚਾਹੀਦੇ ਸੀ, ਉਹਨਾਂ ਦੀਆਂ ਭਾਵਨਾ ਸੁਣ ਕੇ ਤੇ ਹੱਲ ਕਰਾਉਣ ਵਾਸਤੇ। ਉਹ ਜਿਹੜੇ ਮੰਤਰੀ ਆ ਰਹੇ ਆ ਹੱਲ ਕਰਾਉਣ ਵਾਸਤੇ ਨਹੀਂ, ਉਲਟਾ ਪ੍ਰੈਸ਼ਰ ਪਾਉਣ ਵਾਸਤੇ ਆ ਰਹੇ ਆ ਕਿ ਤੁਸੀਂ ਆਰਡੀਨੈਂਸ ਨੂੰ ਐਕਸੈਪਟ ਕਰੋ। ਇਲਜ਼ਾਮ ਲੱਗ ਰਿਹਾ ਕਿ ਐਸਜੀਪੀਸੀ ਇਲੈਕਸ਼ਨ ਜਿਹੜੀ ਹੁਣ ਆ ਰਹੀ ਹੈ, ਕਿਉਂਕਿ ਚੋਣ ਕਮਿਸ਼ਨ ਨਿਯੁਕਤ ਕਰ ਦਿੱਤਾ ਗਿਆ, ਇਹ ਕਿਹਾ ਜਾ ਰਿਹਾ ਕਿ ਹੁਣ ਤੱਕ ਜਿਹੜਾ ਅਲਾਇੰਸ ਸੀ ਉਹਦੇ ਕਰਕੇ ਐਸਜੀਪੀਸੀ ਇਲੈਕਸ਼ਨ ਨਹੀਂ ਹੋ ਰਹੀ ਸੀ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ, ਸ਼੍ਰੋਮਣੀ ਅਕਾਲੀ ਦਲ ਪਹਿਲੇ ਵੀ ਤਿਆਰ ਸੀ ਇਲੈਕਸ਼ਨ ਵਾਸਤੇ, ਹੁਣ ਵੀ ਤਿਆਰ ਹੈ। ਜਦੋਂ ਮਰਜ਼ੀ ਜਿਹੜੇ ਦਿਨ ਕਰਾਉਣਾ ਚਾਹੇ ਅਸੀਂ ਤਿਆਰ ਹਾਂ ਇਲੈਕਸ਼ਨ ਵਾਸਤੇ। ਮੈਂ ਵਧਾਈ ਦਿੰਦਾ ਕਿ ਬਹੁਤ ਵਧੀਆ ਕਦਮ ਕੀਤਾ ਕਿ ਇਲੈਕਸ਼ਨ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਲਾਏ ਗਏ ਆ, ਬਹੁਤ
ਵਧੀਆ ਜਿਹੜੇ ਜੱਜ ਸਾਹਿਬ ਲਾਏ ਗਏ ਆ, ਜਿਨ੍ਹਾਂ ਨਾਲ ਜੇ ਤੁਸੀਂ ਰਿਕਾਰਡ ਦੇਖੋ ਐਕਸਲੈਂਟ ਰਿਕਾਰਡ ਹੈ। ਪਰ ਤੁਹਾਡੇ ਜਿਹੜੇ ਸਾਥੀ ਰਹਿ ਚੁੱਕੇ ਨੇ ਉਹ ਬਹੁਤ ਸਾਰੇ ਦਾਅਵੇ ਕਰ ਰਹੇ ਕਿ ਅਸੀਂ ਸ਼੍ਰੋਮਣੀ ਕਮੇਟੀ ਤੇ ਅਸੀਂ ਕਾਬਜ਼ ਹੋਵਾਂਗੇ। ਮੈਂ ਕਹਿੰਦਾ ਕਾਬਜ਼ ਕੋਈ ਨਹੀਂ ਕਿਤੇ ਹੋ ਸਕਦਾ। ਗੁਰੂ ਦੀ ਸਿੱਖ ਕੌਮ ਦੀ ਕਮੇਟੀ ਹੈ, ਕਿਸੇ ਦੇ ਕਬਜ਼ੇ ਵਾਲੀ ਕਮੇਟੀ ਨਹੀਂ। ਅੱਜ 100 ਸਾਲ ਹੋ ਗਏ, 100 ਸਾਲਾਂ ਵਿੱਚ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦਾ ਡੈਮੋਕ੍ਰੈਟਿਕਲੀ। ਸਿੱਖ ਸੰਗਤ ਫੈਸਲਾ ਕਰਦੀ ਹੈ, ਜਿਸ ਨਾਲ ਸਿੱਖ ਸੰਗਤ ਵਿਸ਼ਵਾਸ ਰੱਖਦੀ ਹੈ ਉਹਨਾਂ ਨੂੰ ਬਣਾਉਂਦੀ ਹੈ। ਲਗਾਤਾਰ 100 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵਿਸ਼ਵਾਸ ਰੱਖਿਆ। ਹੁਣ ਵੀ ਸ਼੍ਰੋਮਣੀ ਅਕਾਲੀ ਦਲ ਸਿੱਖ ਸੰਗਤ ਵਿੱਚ ਜਾਏਗਾ ਜਦੋਂ ਇਲੈਕਸ਼ਨ ਹੋਊਗੀ, ਕਿ ਹਰ ਆਦਮੀ ਨੂੰ, ਹਰ ਕੌਮ ਦੇ ਹਰ ਲੀਡਰ ਨੂੰ, ਹਰ ਕੌਮ ਨੂੰ ਹੱਕ ਹੈ ਲੜਾਈ ਲੜਨ ਦਾ। ਮੋਸਟ ਵੈਲਕਮ ਹੈ, ਔਨ ਲੜਾਈ ਲੜ, ਇਲੈਕਸ਼ਨ ਜਨਤਾ ਜਾਣ, ਕੌਮ ਵਿੱਚ ਜਾਣ, ਕੌਮ ਫੈਸਲਾ ਕਰੂਗੀ। ਕਿਹਦੇ 'ਤੇ ਵਿਸ਼ਵਾਸ ਹੈ? ਆਪ ਨਹੀਂ ਕਹਿ ਸਕਦੇ ਅਸੀਂ ਕਬਜ਼ਾ ਕਰਾਂਗੇ। ਉਹਨਾਂ ਦੀ ਕਪੈਸਿਟੀ ਕਿਸੇ ਦੀ ਨਹੀਂ ਹੈ। ਸਰ, ਵਿਰੋਧੀ ਧਿਰਾਂ ਤੇ ਜਥੇਬੰਦੀਆਂ, ਸਰਕਾਰ ਕਮੇਟੀਆਂ ਸਭ ਸ਼੍ਰੋਮਣੀ ਕਮੇਟੀ ਦੇ ਭਾਜਪਾ ਚੁੱਕੀਆਂ, ਅਕਾਲੀ ਦਲ ਵੀ ਜਿਹੜਾ ਉਹ ਟੁੱਟ ਚੁੱਕਾ। ਕਿ ਸ਼੍ਰੋਮਣੀ ਕਮੇਟੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਆਪਣਾ ਅਕਸ ਬਚਾ ਸਕੇ? ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ। ਇਹਦੇ ਅਕਸ਼ ਨੂੰ ਕੋਈ ਖਰਾਬ ਨਹੀਂ ਕਰ ਸਕਦਾ। ਆ ਕੌਮ ਦੀ ਜਾਇਦਾਦ ਹੈ, ਆ ਕੌਮ ਦਾ। ਆ ਜਿਹੜੇ ਲੋਕ ਇਹਨੇ ਕਿਚੜ ਸਿੱਟਦੇ ਆ, ਉਹ ਆਪਣਾ ਪਿਛੋਕੜ ਦੇਖਣ ਪਹਿਲੇ। ਨਵਜੋਤ ਸਿੰਘ ਸਿੱਧੂ ਪਹਿਲੇ ਅਕਾਲੀ ਦਲ ਬੀਜੇਪੀ 'ਚ ਵੀ ਨਾਰਾਜ਼ ਹੈ, ਹੁਣ ਕਾਂਗਰਸ 'ਚ ਵੀ ਨਾਰਾਜ਼ ਨਜ਼ਰ ਆ ਰਹੇ ਨੇ। ਮੈਂ ਤੈਨੂੰ ਇੱਕ ਗਰੰਟੀ ਦਿੰਦਾ ਜੀ, ਉਹ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਆ ਸਕਦਾ, ਹੋਰ ਕਿਤੇ ਮਰਜ਼ੀ ਦੇ ਸਕਦਾ। ਹੋਰ ਇੱਕ ਗਰੰਟੀ ਮੇਰੀ ਹੈ, ਬਾਕੀ ਉਹਦੀ ਕੋਈ ਗਰੰਟੀ ਨਹੀਂ ਹੈ। ਉਹਦਾ ਕੋਈ ਪਤਾ ਨਹੀਂ ਅੱਜ ਕਿੱਥੇ, ਕੱਲ ਕਿੱਥੇ, ਪਰਸੋਂ ਕਿੱਥੇ। ਤੁਹਾਡੇ ਨਾਲ ਵੀ ਰਹੇ ਕਾਫੀ ਸਮਾਂ, ਪਰ ਕਾਰਨ ਕੀ ਸਿੱਧੂ ਸਾਹਿਬ ਦੀ ਨਾਰਾਜ਼ਗੀ ਹੁੰਦੀ ਕਿਉਂ ਹੈ? ਸਿੱਧੂ ਸਾਹਿਬ ਦੀ ਨਾਰਾਜ਼ਗੀ ਬਾਰੇ ਸਭ ਤੋਂ ਵਧੀਆ ਅੰਮ੍ਰਿਤਸਰ ਦੀ ਪ੍ਰੈਸ ਦੱਸ ਸਕਦੀ ਹੈ, ਕਿਉਂਕਿ ਤੁਸੀਂ ਡੇਲੀ ਡੀਲ ਕਰਦੇ ਹੋ ਉਹਨਾਂ ਨੂੰ। ਨਹੀਂ, ਮੈਂ ਵੀ ਕਹਿੰਦਾ ਡੇਲੀ ਡੀਲ ਕਰਦੇ ਹੋ, ਮੈਂ ਤਾਂ ਕਿਤੇ ਕਰਦਾ, ਤੁਸੀਂ ਉਹਨਾਂ ਨੂੰ ਡੇਲੀ ਡੀਲ ਕਰਦੇ ਹੋ। ਮੈਥੋਂ ਵਧੀਆ ਤੁਸੀਂ ਜਾਣ ਸਕਦੇ। ਕਿਸਾਨ ਕਹਿ ਰਹੇ ਕਿ ਪੋਲੀਟੀਕਲ ਪਾਰਟੀ ਸਾਡੇ ਜਿਹੜੇ ਧਰਨੇ ਉਹਨਾਂ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੇ। ਮੈਂ ਪਹਿਲੇ ਵੀ ਕਿਹਾ ਸੀ, ਅੱਜ ਵੀ ਕਹਿਣਾ, ਅਸੀਂ ਸਾਰੇ ਕਿਸਾਨ ਜਥੇਬੰਦੀਆਂ ਦੇ ਮਗਰ ਲੱਗਣ ਨੂੰ ਤਿਆਰ ਹਾਂ। ਸਾਨੂੰ ਕਿਸਾਨ ਜਥੇਬੰਦੀਆਂ ਹੁਕਮ ਕਰਨ, ਕਰਨਾ ਕੀ ਹੈ। ਅਸੀਂ 3 ਮੈਂਬਰ ਕਮੇਟੀ ਬਣਾਈ ਹੈ, ਚੰਦੂ ਮਹਾਰਾਜ ਸਾਹਿਬ, ਭੁੰਦੜ ਸਾਹਿਬ ਤੇ ਮਲੂਕਾ ਸਾਹਿਬ ਸਾਡੇ। ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ, ਸਾਰੀ ਜਥੇਬੰਦੀ ਨਾਲ ਤਾਲਮੇਲ ਰੱਖੋ, ਉਹਨਾਂ ਤੋਂ ਹੁਕਮ ਲਓ ਕਿ ਕਰਨਾ ਕੀ ਹੈ। ਅਸੀਂ ਉਹਨਾਂ ਦੇ ਝੰਡੇ ਥੱਲੇ, ਉਹਨਾਂ ਦੇ ਕਹਿਣ 'ਤੇ ਜਿਵੇਂ ਕਹਿੰਦੇ ਸੰਘਰਸ਼, ਆਪਣਾ ਐਂਡ ਰਿਜ਼ਲਟ ਕੀ ਹੋਣਾ ਚਾਹੀਦਾ ਹੈ, ਕਿ ਆਪਣਾ ਜੋ ਮਕਸਦ ਹੈ ਉਹ ਪੂਰਾ ਹੋਣਾ ਚਾਹੀਦਾ ਹੈ। ਉਹ ਵੀ ਆਪਣੇ ਭਰਾ ਹੈ। सर, किसानों का कहना है कि बीजेपी की तरफ कमेटी नहीं खराब कर रही है। आप मैं वही कह रहा है कि ਜਿਹੜੀ ਕਮੇਟੀ ਭੇਜ ਰਹੀ ਹੈ, ਕਮੇਟੀ ਹੱਲ ਕਰਨ ਵਾਸਤੇ ਨਹੀਂ ਭੇਜ ਰਹੀ, ਉਲਟਾ ਸਮਝਾਉਣ ਤੇ ਕਹਿਣ ਨੂੰ ਕਹਿ ਰਹੀ ਹੈ ਕਿ ਅਸੀਂ ਚੰਗਾ ਕੀਤਾ ਕੰਮ। ਪਰ ਸਰ ਉਹ ਕਹਿ ਰਹੇ ਕਿ ਮਾਹੌਲ ਖਰਾਬ ਹੋ ਜਾਏਗਾ, ਇਦਾਂ ਦੀ ਵੀ ਗੱਲਾਂ ਵੀ ਸਾਹਮਣੇ ਆ ਰਹੀਆਂ। ਮਾਹੌਲ ਕਿਵੇਂ ਖਰਾਬ ਹੋਊਗਾ? ਸਾਰੇ ਕਿਸਾਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ, ਸਾਰੇ ਖੂਨ ਪਸੀਨੇ ਨਾਲ ਆਪਣੇ ਦੇਸ਼ ਨੂੰ ਪਾਲਿਆ ਤੇ ਪਲੋਸਿਆ, ਉਹ ਆਪਾਂ ਮਾਹੌਲ ਖਰਾਬ ਕਰਨਗੇ? ਤੁਹਾਡੇ ਮੈਡਮ ਦੇ ਅਸਤੀਫੇ ਤੇ ਉਹਨਾਂ ਨੇ ਕਹਿਣਾ ਕਿ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਸਿਰਫ ਆਪਣੇ ਬਿਜ਼ਨਸ ਬਚਾਉਣ ਵਾਸਤੇ ਅਸਤੀਫਾ ਦਿੱਤਾ, ਨਾ ਕਿ ਕੋਈ ਦੇਸ਼ ਵਾਸਤੇ ਜਾਂ ਕਿਸਾਨਾਂ ਵਾਸਤੇ। ਇੱਕ ਗੱਲ, ਜੇ ਬਿਜ਼ਨਸ ਬਚਾਉਣਾ ਹੁੰਦਾ ਫਿਰ ਅਸਤੀਫਾ ਦੇਣ ਦੀ ਲੋੜ ਨਹੀਂ ਹੈ। ਮੈਂ ਹੈਰਾਨ ਹਾਂ ਉਹਨਾਂ ਦੇ। ਖੇਤਰੀ ਪਾਰਟੀ ਨਾਲ ਕਿ ਕਿਸਾਨਾਂ ਸੰਬੰਧੀ ਅਸੀਂ ਸਾਰੀ ਖੇਤਰੀ ਪਾਰਟੀ ਨਾਲ ਵੀ ਗੱਲ ਕਰਾਂਗੇ। ਜਿਹੜੀ ਕਿਸਾਨ ਜਥੇਬੰਦੀਆਂ ਬਾਹਰ ਵੀ, ਜਿਹੜੀ ਸਾਡੀ 3 ਮੈਂਬਰ ਕਮੇਟੀ ਬਣਾਈ ਗਈ ਹੈ, ਉਹ ਸਾਰੀਆਂ ਦੂਜੀਆਂ ਜਥੇਬੰਦੀਆਂ ਕੋਲੇ ਜਾਊਗੀ, ਦੂਜੇ ਸੂਬਿਆਂ 'ਚ ਵੀ ਜਾਊਗੀ, ਇਕੱਠੇ ਕਰਕੇ। ਮੈਂ ਇੱਕ ਗੱਲ ਦੱਸਣਾ ਚਾਹੁੰਦਾ ਸਾਰੀ ਮੀਡੀਆ ਰਾਹੀਂ, ਆ ਜੰਗ ਤਾਂ ਜਿੱਤੀ ਜਾਊਗੀ ਜੇ ਆਪਾਂ ਇਕੱਠੇ ਹੋ ਕੇ ਲੜਾਂਗੇ। ਸਰ 2022 ਕਿਸੇ ਨੂੰ ਕੋਈ ਪ੍ਰਸਟੀਜ ਨਹੀਂ ਰੱਖਣੀ ਚਾਹੀਦੀ। ਮੈਂ ਪ੍ਰੈਜ਼ੀਡੈਂਟ ਅਕਾਲੀ ਦਲ, ਜੋ ਸਭ ਤੋਂ ਵੱਡੀ, ਮੈਂ ਕਹਿ ਸਕਦਾ ਹਿੰਦੁਸਤਾਨ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਜੇ ਹੈ, ਉਹ ਸ਼੍ਰੋਮਣੀ ਅਕਾਲੀ ਦਲ ਹੈ। ਦਾਸ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ। ਇਹ ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਕਹਿ ਰਿਹਾ, ਅਸੀਂ ਸਭ ਤੋਂ ਪਿੱਛੇ ਲੱਗਣ ਨੂੰ ਤਿਆਰ ਹੈ। ਅਸੀਂ ਕਿਸੇ ਮਰਜ਼ੀ ਕੋਈ ਵੀ ਆਪਣਾ ਝੰਡਾ ਲਾਏ, ਐਕਸੈਪਟ ਕਾਂਗਰਸ, ਬਾਕੀ ਸਾਰਿਆਂ ਦੇ ਮਗਰ ਲੱਗ ਕੇ ਅਸੀਂ ਆ ਹੱਲ ਕਰਾਉਣਾ ਚਾਹੁੰਦੇ ਹਾਂ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਅਸੀਂ ਤੁਹਾਡੇ ਮਗਰ ਹਾਂ। ਜੋ ਤੁਸੀਂ ਕਹੋ, ਜਿਹੜੀ ਸਾਡੀ ਕਮੇਟੀ ਤੁਸੀਂ ਹੁਕਮ ਕਰੋਗੇ, ਸਾਡੀ 3 ਮੈਂਬਰ ਕਮੇਟੀ ਜੋ ਹੁਕਮ ਕਰੋਗੇ, ਜਿਸ ਤਰੀਕੇ ਦੀ ਸਹਿਯੋਗ ਚਾਹੋਗੇ, ਅਸੀਂ ਸਹਿਯੋਗ ਦੇਣ ਨੂੰ ਤਿਆਰ ਹਾਂ।
ਜਿਵੇਂ ਤੁਸੀਂ ਕਹੋਗੇ, ਜਦੋਂ ਮਰਜ਼ੀ ਕਹੋਗੇ, ਅਸੀਂ ਤਿਆਰ ਹਾਂ। ਬੀਜੇਪੀ ਕਹਿ ਰਹੀ ਹੈ 117 ਸੀਟਾਂ ਤੋਂ ਅਸੀਂ ਚੋਣ ਲੜਨੀ ਹੈ। ਕੀ ਬੀਜੇਪੀ ਹੁਣ ਅਕਾਲੀ ਦਲ ਦੇ ਲਈ ਕੋਈ ਚੁਣੌਤੀ ਬਣ ਸਕਦੀ? ਬਹੁਤ ਵਧੀਆ ਜੀ, ਉਹਨਾਂ ਦਾ ਬੜਾ ਸੁਪਨਾ ਸੀ, ਪੂਰਾ ਕਰ ਲੈਣ। ਸਰ ਅਕਾਲੀ ਦਲ ਇਕੱਠੀਆਂ ਚੋਣ ਲੜੇਗਾ ਜਾਂ ਫਿਰ ਪ੍ਰਾਈਮ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।